ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਬੱਬ ਕਿਵੇਂ ਬਣਿਆ ਕਲਗੀਧਰ ਟਰੱਸਟ ਬੜੂ ਸਾਹਿਬ ਨਾਲ ਜੁੜਨ ਦਾ ਤੇ ਕਿਹੜੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਇੱਥੇ? ਵੀ ਜੀ ਕਲਗੀਧਰ ਟਰੱਸਟ ਸੁਸਾਇਟੀ ਨਾਲ ਵੈਸੇ ਤੇ ਮੈਂ ਛੋਟੇ ਹੁੰਦੇ ਤੋਂ ਅਸੀਂ ਇਹ ਸੁਣਦੇ ਸੀ, ਕਿਉਂਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਮੈਂ ਜੀ। ਤੇ ਸਮਾਗਮ ਹਰ ਸਾਲ ਹੁੰਦਾ ਸੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੀ ਯਾਦ ਵਿੱਚ ਜੀ। ਤੇ ਆਪਾਂ ਛੋਟੇ ਹੁੰਦੇ ਤੋਂ ਜਾਂਦੇ ਸੀ, ਪਰਿਵਾਰਿਕ ਜਿਵੇਂ ਲੈ ਕੇ ਜਾਂਦੇ ਸੀ ਮਾਂ ਪਿਓ ਦੇਖਣ ਵਾਸਤੇ ਕਿ ਵੀ ਬੜੂ ਸਾਹਿਬ ਦੇ ਕੁਝ ਬੱਚੇ ਆਏ ਨੇ ਜੋ ਕੀਰਤਨ ਵੀ ਕਰਦੇ ਨੇ ਤੇ ਇੰਗਲਿਸ਼ ਵਿੱਚ ਵੀ ਗੱਲ ਕਰਦੇ ਨੇ। ਸੋ ਉਹ ਚੀਜ਼ ਅਟਰੈਕਟ ਕੀਤੀ ਇਨੀਸ਼ੀਅਲੀ ਸਾਨੂੰ। ਤੇ ਮੈਂ ਜਦ ਜਾਣਾ ਸ਼ੁਰੂ ਕੀਤਾ ਫਿਰ ਹੌਲੀ ਜਦ ਬਿਕੋਜ਼ ਮੇਰਾ ਜਿਹੜਾ ਬੈਕਗਰਾਉਂਡ ਹੈਗਾ ਉਹ ਆਈਟੀ ਦਾ ਹੈਗਾ ਤੇ ਸੰਸਥਾ 'ਚ ਹੁਣ ਮੈਨੂੰ ਲਗਭਗ 10 ਸਾਲ ਤੋਂ ਉੱਪਰ ਹੋ ਗਿਆ। ਤੇ ਇਸ ਤੋਂ ਪਹਿਲਾਂ ਮੈਂ ਔਰੇਂਜ ਬਿਜ਼ਨਸ ਸਰਵਿਸਿਜ਼ ਹੈਗੀ ਹੈ ਗੁੜਗਾਉਂ ਦੇ ਅੰਦਰ, ਉੱਥੇ ਮੈਂ ਕਲਾਊਡ ਕੰਪਿਊਟਿੰਗ ਜਿਹੜਾ ਅੱਜ ਕਲਾਊਡ ਬਹੁਤ ਜ਼ਿਆਦਾ ਚੱਲ ਰਿਹਾ ਆਈਟੀ ਵਿੱਚ, ਉਹਦੇ ਰਿਸਰਚ ਵਿੱਚ ਸੀ ਮੈਂ। ਸੋ ਮੇਰੀ ਵਾਈਫ ਤੇ ਬਚਪਨ ਤੋਂ ਹੀ ਬਾਬਾ ਜੀ ਨਾਲ ਬਹੁਤ ਪ੍ਰੇਮ ਸੀ। ਸੋ ਇੱਕ ਵਾਰੀ ਮੈਂ ਬਾਬਾ ਜੀ ਨੂੰ, ਕਿਉਂਕਿ ਸਾਡੇ ਮਨ ਵਿੱਚ ਇੱਕ ਪਰਸੈਪਸ਼ਨ ਹੁੰਦੀ ਹੈ ਕਿ ਡੇਰਾਵਾਦ ਬਹੁਤ ਜ਼ਿਆਦਾ ਸੀ ਪੰਜਾਬ ਵਿੱਚ, ਤੇ ਮੇਰੇ ਮਨ 'ਚ ਵੀ ਸੀ ਕਿ ਇੱਕ ਹੋਰ ਬਾਬੇ ਕੋਈ ਹੋਣਗੇ ਇਸ ਤਰੀਕੇ ਦੇ। ਸੋ ਸਬੱਬ ਬਣਿਆ ਮੈਂ ਬਾਬਾ ਜੀ ਬੜੂ ਸਾਹਿਬ, ਬਾਬਾ ਇਕਬਾਲ ਸਿੰਘ ਜੀ ਇਹ ਦਿੱਲੀ ਆਫਿਸ ਸਾਡੇ ਕੋਲ ਆਏ ਤੇ ਉੱਥੇ ਬਾਬਾ ਜੀ ਦਾ ਰਿਹਾਇਸ਼ ਸੀ ਤੇ ਦਰਸ਼ਨ ਕਰਨ ਦਾ ਸਬੱਬ ਬਣਿਆ। ਤੇ ਜਿਸ ਵੇਲੇ ਮੈਂ ਮਿਲਣ ਗਿਆ ਪਹਿਲੀ ਵਾਰੀ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਸੀ ਤੇ ਪ੍ਰਸ਼ਾਦਾ ਛਕਦੇ ਮੈਨੂੰ ਉਹਨਾਂ ਨੇ ਸਵਾਲ ਪੁੱਛਿਆ, ਕਾਕਾ ਤੂੰ ਕਿੱਥੋਂ ਆਇਆ? ਮੈਂ ਦੱਸਿਆ ਕਿ ਜੀ ਮੈਂ ਆਈਟੀ ਵਿੱਚ ਜੌਬ ਕਰਦਾ, ਜਿੱਥੇ ਮੈਂ ਰਹਿੰਦਾ ਸੀ ਉਹ ਦੱਸਿਆ ਸਾਰਾ। ਤੇ ਉਹਨਾਂ ਨੇ ਮੈਨੂੰ ਤੋਂ ਪੁੱਛਿਆ, ਕਾਕਾ ਤੇਰਾ ਏਮ ਕੀ ਹੈ ਲਾਈਫ ਦਾ? ਸੋ ਮੈਂ ਇਹਨਾਂ ਕੋਲ ਜਵਾਬ ਦਿੱਤਾ ਕਿ ਬਾਬਾ ਜੀ ਮੈਂ ਆਈਟੀ ਦਾ ਹੈਗਾ, ਮੈਂ ਇੱਕ ਆਈਟੀ ਕੰਪਨੀ ਖੋਲ੍ਹਣਾ ਚਾਹੁੰਦਾ। ਕੋਈ ਇਹੋ ਜਿਹਾ ਮੇਰਾ ਆਈਡੀਆ ਸੀ ਉਸ ਵੇਲੇ, ਜਿਹੜੀ ਮੇਰੀ ਸੋਚ ਸੀ, ਤੇ ਚਾਹੁੰਦਾ ਕਿ ਕੁਝ ਕਮਿਊਨਿਟੀ ਵਾਸਤੇ ਕਰ ਸਕਾਂ। ਸੋ ਬਾਬਾ ਜੀ ਫਿਰ ਲੰਗਰ ਛਕਣ ਲੱਗ ਗਏ ਤੇ 5 ਮਿੰਟ ਬਾਅਦ ਨਾ ਮੈਨੂੰ ਦੁਬਾਰਾ ਬੁਲਾਇਆ ਤੇ ਮੇਰੇ ਤੋਂ ਉਸ ਕੁਐਸਚਨ ਨੂੰ ਥੋੜ੍ਹਾ ਜਿਹਾ ਬਦਲ ਦਿੱਤਾ। ਉਹਨਾਂ ਨੇ ਮੇਰੇ ਤੋਂ ਪੁੱਛਿਆ, ਕਾਕਾ ਮੈਂ ਤੇਰੇ ਤੋਂ ਇਹ ਪੁੱਛਣਾ ਚਾਹੁੰਦਾ ਸੀ ਕਿ ਤੇਰੀ ਲਾਈਫ ਦਾ ਸਪਿਰਿਚੁਅਲ ਏਮ ਕੀ ਹੈ? ਤੇ ਜਦ ਉਹਨਾਂ ਨੇ ਇਹ ਸਵਾਲ ਪੁੱਛਿਆ ਮੈਂ ਤੇ ਬਿਲਕੁਲ ਹੀ ਸਪੀਚਲੈਸ ਹੋ ਗਿਆ, ਕਿਉਂਕਿ ਬੰਦਾ ਜ਼ਿਆਦਾਤਰ ਮਟੀਰੀਅਲਿਸਟਿਕ ਦੁਨੀਆ ਵਿੱਚ ਪੈਸਾ ਹੀ ਕਮਾਉਣ ਦੀ ਫੋਕਸ ਕਰਦਾ ਹੈ ਜਾਂ ਅਹੁਦੇ ਕਮਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਮੇਰੇ ਕੋਲ ਕੋਈ ਆਨਸਰ ਨਹੀਂ ਸੀ ਤੇ ਮੈਨੂੰ ਬਾਬਾ ਜੀ ਨੇ ਇੱਕ ਗੱਲ ਸਮਝਾਈ ਕਿ ਬੇਟਾ ਪਈ ਪ੍ਰਾਪਤ ਮਾਨੁਕ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੇ ਤੇਰੀ ਲਾਈਫ ਦਾ ਏਮ ਬਣ ਜਾਏ ਫਿਰ ਤੂੰ ਭਾਵੇਂ ਡਾਇਰੈਕਟਰ ਬਣ ਜਾਏ, CEO ਬਣ ਜਾਏ, ਕੁਝ ਵੀ ਬਣ ਜਾਏ। ਜੇ ਇਹ ਭਾਵਨਾ ਤੇਰੇ ਅੰਦਰ ਆ ਗਈ ਤਾਂ ਤੂੰ ਸੁਸਾਇਟੀ ਨੂੰ ਕੋਈ ਵਾਪਿਸ ਕਰ ਸਕਦਾ ਤੇ ਤੇਰਾ ਪਰਪਸ ਲਾਈਫ ਦਾ ਮੈਟ ਹੋਏਗਾ। ਸੋ ਮੇਰੀ ਵਾਈਫ ਵੀ ਉਸ ਵੇਲੇ ਜੌਬ ਕਰਦੀ ਸੀ HDFC ਬੈਂਕ ਵਿੱਚ ਤੇ ਉਸਨੇ ਪਹਿਲੇ ਰਿਜ਼ਾਈਨ ਕੀਤਾ ਤੇ ਫਿਰ ਨਾਲ ਮੈਨੂੰ ਵੀ ਉਹ ਮੋਟੀਵੇਟ ਕਰਦੀ ਰਹੀ ਕਿ ਬਾਬਾ ਜੀ ਤੋਂ ਪੁੱਛੋ ਕੋਈ ਸੇਵਾ ਹੈਗੀ ਹੈ ਜੇ ਤੁਸੀਂ ਸੰਸਥਾ ਵਿੱਚ ਆ ਸਕਦੇ ਹੋ। ਸੋ ਉਸ ਵੇਲੇ ਬਾਬਾ ਜੀ ਨੇ ਕੁਝ IT ਦਾ ਕੰਮ ਸੇਵਾ ਚੱਲ ਰਹੀ ਸੀ। ਸੋ ਸਾਡੇ ਸਿੰਮੀ ਭੈਣ ਜੀ ਹੈਗੇ ਨੇ ਜੋ ਦਿੱਲੀ ਆਫਿਸ ਕਾਫੀ ਬਾਬਾ ਜੀ ਸੇਵਾ ਨਾਲ ਜੁੜੇ ਹੋਏ ਸੀ, ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਤੇ ਸਬੱਬ ਬਣਿਆ ਮੈਂ ਔਰੇਂਜ ਆਪਣੀ ਕੰਪਨੀ ਤੋਂ ਰਿਜ਼ਾਈਨ ਕੀਤਾ ਤੇ ਹੁਣ 10 ਸਾਲ ਹੋ ਗਏ ਤੇ ਇੱਥੇ ਆ ਕੇ ਹੁਣ ਵੱਖ-ਵੱਖ ਸੇਵਾ ਬਾਬਾ ਜੀ ਨੇ ਜੋ ਬਖਸ਼ੀਆਂ ਹੋਈਆਂ ਨੇ। ਇੱਕ IT ਦਾ ਵੀ ਸੰਭਾਲਦੇ ਹਾਂ ਅਸੀਂ, ਨਾਲ ਅਸੀਂ ਜਿਹੜੀ ਕਾਰਪੋਰੇਟ ਕੰਪਨੀਜ਼ ਨਾਲ ਫੰਡਿੰਗ ਦਾ ਕੰਮ ਕਰਦੇ ਹਾਂ ਤੇ ਨਾਲ ਅਸੀਂ ਜਿਹੜੀ ਯੂਨੀਵਰਸਿਟੀ ਦੀ ਇੰਟਰਨਸ਼ਿਪ, ਪਲੇਸਮੈਂਟ, ਟ੍ਰੇਨਿੰਗ, ਇੰਡਸਟਰੀ ਕੋਲੈਬੋਰੇਸ਼ਨ ਉਹ ਸਾਰਾ ਅਸੀਂ ਕੰਮ ਕਰ ਰਹੇ ਹਾਂ। ਸੋ ਇਹ ਬਾਬਾ ਜੀ ਨੇ ਸੇਵਾ ਬਖਸ਼ੀ ਹੋਈ ਹੈ ਤੇ ਕੰਮ ਲੱਗੇ ਹੋਏ ਆ। ਤੇ ਲੱਗ ਰਿਹਾ ਵੀ ਸਪਿਰਿਚੁਅਲ ਏਮ ਤੁਹਾਨੂੰ ਮਿਲ ਗਿਆ ਲਾਈਫ ਦਾ ਕੋਈ? ਹਾਂਜੀ, ਓਬਵੀਅਸਲੀ, ਕਿਉਂਕਿ ਜਨਰਲੀ ਜਦ ਮੈਂ ਜੌਬ ਕਰਦਾ ਸੀ IT ਵਿੱਚ ਤੇ ਮੈਂ ਇਹ ਦੇਖਦਾ ਸੀ ਕਿ ਸਾਡਾ ਮੇਨ ਫੋਕਸ ਇਹ ਹੁੰਦਾ ਸੀ ਕਿ ਆਪਾਂ ਕੰਮ ਇੰਨਾ ਵਧੀਆ ਕਰੀਏ ਤਾਂ ਕਿ ਮੇਰੀ ਤਨਖਾਹ ਹੋਰ ਵੱਧ ਜਾਏ। ਸੋ ਪਰਪਸ, ਅਲਟੀਮੇਟਲੀ ਪਰਪਸ ਉੱਥੇ ਪੈਸਾ ਹੀ ਲੱਗਦਾ ਸੀ। ਇੱਥੇ ਆ ਕੇ ਜਦ ਬਾਬਾ ਜੀ ਨੇ ਇੱਕ ਏਮ ਦੱਸਿਆ ਕਿ ਕਿਉਂਕਿ ਦਿੱਲੀ ਦਾ ਰਹਿਣ ਵਾਲਾ, ਵੈਸੇ ਮੇਰਾ ਪਿਛੋਕੜ ਪੰਜਾਬ ਤੋਂ ਵੀ ਜੁੜਿਆ ਹੋਇਆ, ਮੇਰੇ ਫਾਦਰ ਸਾਹਿਬ ਰੋਪੜ ਪਿੰਡ ਦੇ ਹੈਗੇ ਨੇ, ਤੇ ਬਾਬਾ ਜੀ ਨੇ ਇੱਕ ਗੱਲ ਕਹੀ ਕਿ ਬੇਟਾ ਭਾਵੇਂ ਦਿੱਲੀ ਦਾ ਸਿੱਖ ਹੋਏ, ਭਾਵੇਂ ਬੰਬੇ ਦਾ ਸਿੱਖ ਹੋਏ, ਭਾਵੇਂ ਹੈਦਰਾਬਾਦ ਦਾ ਸਿੱਖ ਹੋਏ, ਉਹਦਾ ਪ੍ਰੇਮ ਪੰਜਾਬ ਦੀ ਧਰਤੀ ਨਾਲ ਹੋਣਾ ਚਾਹੀਦਾ। ਤੇ ਜੇ ਇਹ ਭਾਵਨਾ ਤੁਹਾਡੇ ਅੰਦਰ ਪੈਦਾ ਹੋ ਗਈ ਕਿ ਪੰਜਾਬ ਸਾਡਾ ਮੁੱਢ ਹੈ ਤੇ ਪੰਜਾਬ ਦੀ ਧਰਤੀ ਤੇ ਜੋ ਅੱਜ ਨਸ਼ੇ ਚੱਲ ਰਹੇ ਜਾਂ ਜਿਸ ਤਰੀਕੇ ਦੀ ਕੁਰਹਤਾਂ ਚੱਲ ਰਹੀਆਂ ਨੇ ਉਸ ਨੂੰ ਫਾਈਟ ਕਿਵੇਂ ਕਰਨਾ ਹੈ, ਉਹ ਪੰਜਾਬ ਨਾਲ ਪ੍ਰੇਮ ਤੁਹਾਨੂੰ ਪਾਉਣਾ ਪੈਣਾ। ਸੋ ਉਹ ਫੀਲਿੰਗ ਜਿਹੜੀ ਬਾਬਾ ਜੀ ਨੇ ਦਿੱਤੀ ਨਾ, ਤੇ ਅੱਜ ਜਿੱਥੇ ਬਾਬਾ ਜੀ ਭੇਜਦੇ ਨੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਪੰਜਾਬ ਦੇ ਹਾਲਾਤ ਨੇ ਉਸ ਨੂੰ ਕਿਸੇ ਤਰੀਕੇ ਨਾਲ ਸਾਰੇ ਰਲ ਮਿਲ ਕੇ ਉਸ ਨੂੰ ਸੁਧਾਰ ਸਕੀਏ ਤਾਂ ਕਿ ਜਿਹੜਾ ਪੰਜਾਬ ਦਾ ਯੂਥ ਹੈ, ਜਿਹੜਾ ਬੱਚਾ ਹੈ, ਉਹ ਕਿਸੇ ਰਾਹੇ ਲੱਗ ਸਕੇ। ਸੋ ਇਹ ਉਪਰਾਲਾ ਬਾਬਾ ਜੀ ਦਾ ਹੀ ਹੈ। ਇੱਕ ਮਿਸ਼ਨ ਦੇਤਾ ਤੇ ਮਿਸ਼ਨ ਦੇਣ ਨਾਲ ਸਾਨੂੰ ਲੱਗਦਾ ਹੈ ਕਿ ਉਹ ਸੈਟੀਸਫੈਕਸ਼ਨ ਆਉਣੀ ਸ਼ੁਰੂ ਹੋ ਚੁੱਕੀ ਹੈ। ਜੀ ਤੁਸੀਂ ਉਸ ਰਸਤੇ ਤੇ ਉਸ ਪਦ ਚਿੰਨ੍ਹ ਤੇ ਚੱਲ ਰਹੇ ਹੋ? ਹਾਂਜੀ, ਬਸ ਉਹ ਚੱਲ ਰਿਹਾ, ਬਾਬਾ ਜੀ ਮਾਰਗ ਦਰਸ਼ਕ ਤੇ ਚੱਲ ਰਹੇ ਹਾਂ ਅਸੀਂ, ਜੋ ਬਾਬਾ ਜੀ ਪੂਰਨੇ ਪਾ ਕੇ ਗਏ ਹਾਂ ਅਸੀਂ। ਸੈਟੀਸਫੈਕਸ਼ਨ ਵੱਧਦਾ ਪਹਿਲਾਂ ਨਾਲੋਂ, ਆਨੰਦ ਜ਼ਿਆਦਾ? ਹਾਂਜੀ ਬਿਲਕੁਲ। ਇਹ ਅਕਾਲ ਯੂਨੀਵਰਸਿਟੀ ਬਾਰੇ ਸਾਡੇ ਨਾਲ ਸਾਂਝਾ ਕਰੋ। ਇਹ ਤੇ ਵੀ ਜੀ ਇੱਕ ਕਰਿਸ਼ਮਾ ਹੀ ਕਹਿ ਲਓ ਇਹ ਹੋਇਆ ਸੀ, ਕਿਉਂਕਿ ਇਹ ਯੂਨੀਵਰਸਿਟੀ ਵਾਸਤੇ ਜਿੱਥੇ ਵੀ ਸੰਗਤ ਬੈਠੀ ਹੈ ਪੂਰੇ ਵਰਲਡ ਵਿੱਚ, ਭਾਵੇਂ UK ਹੈ, US ਹੈ, ਕੈਨੇਡਾ ਹੈ,
ਸਾਰੀ ਸੰਗਤਾਂ ਨੇ ਜਦ ਬਾਬਾ ਜੀ ਨੇ ਇਸ ਯੂਨੀਵਰਸਿਟੀ ਵਾਸਤੇ ਅਪੀਲ ਕੀਤੀ, ਕਿਉਂਕਿ ਇਹ ਇਥੇ ਇਸ ਧਰਤੀ ਤੇ ਗੁਰੂ ਮਹਾਰਾਜ ਦਾ ਬਚਨ ਸੀ, ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਇਹ ਪ੍ਰਗਟ ਹਮਾਰੀ ਕਾਸ਼ੀ ਪੜ੍ਹੇ ਹਾਂ ਤੋਰ ਮਿੱਤਰਾ ਸੀ। ਸੋ ਬਾਬਾ ਜੀ ਨੇ ਕਿਹਾ ਸੀ ਜੇ ਅਸੀਂ ਯੂਨੀਵਰਸਿਟੀ ਬਣਾਉਣੀ ਹੈ ਉਸ ਆਸ਼ੇ ਤੇ ਸਾਨੂੰ ਇੱਥੇ ਹੀ ਬਣਾਉਣੀ ਹੈ, ਗੁਰੂ ਕਾਸ਼ੀ ਇਸ ਧਰਤੀ ਨੂੰ ਗੁਰੂ ਕਾਸ਼ੀ ਕਿਹਾ ਜਾਂਦਾ ਹੈ। ਸੋ ਜਿਸ ਵੇਲੇ ਬਾਬਾ ਜੀ ਨੇ ਬਣਾਉਣੀ ਸ਼ੁਰੂ ਕੀਤੀ, ਇੱਕਦਮ ਸਾਨੂੰ 15-16 ਮਹੀਨੇ ਵਿੱਚ ਪੂਰੀ ਕਰਨੀ ਸੀ, ਫੰਡ ਸਾਡੇ ਕੋਲ ਸੀ ਨਹੀਂ। ਤੇ ਬਾਬਾ ਜੀ ਨੇ ਫਿਰ ਕਿਹਾ ਕਿ ਡਾਕਟਰ ਦਵਿੰਦਰ ਸਿੰਘ ਜੀ, ਜੋ ਕਿ ਹੁਣ ਬਾਬਾ ਜੀ ਬਾਅਦ ਸੇਵਾ ਸੰਭਾਲ ਰਹੇ ਹੈ, ਕਿ ਬਈ ਅਸੀਂ ਭਾਵੇਂ ਕਰਜ਼ਾ ਲੈ ਕੇ ਇਹ ਯੂਨੀਵਰਸਿਟੀ ਬਣਾਈਏ। ਸੋ ਫਿਰ ਅਸੀਂ ਬੈਂਕਾਂ ਤੋਂ ਕਰਜ਼ਾ ਲੈ ਕੇ ਬਣਾਇਆ, ਫਿਰ US UK ਸਾਰੀ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਅੱਜ ਤੁਹਾਡੇ ਸਾਹਮਣੇ ਹੀ ਹੈ। ਕਿਉਂਕਿ ਜਨਰਲੀ ਜਦ ਆਪਾਂ ਜੇ ਗੱਲ ਕਰੀਏ ਬਿਜ਼ਨਸ ਦੀ, ਤੇ ਤੁਸੀਂ ਕਿਸੇ ਵੀ ਜੌਬ ਵਿੱਚ ਹੋ, ਤੁਸੀਂ ਇਹ ਚੀਜ਼ ਦੇਖਦੇ ਹੋ ਮੇਰਾ ਇਨਵੈਸਟਮੈਂਟ ਤੇ ਰਿਟਰਨ ਕਿੰਨਾ ਹੈ ਜੀ। ਬਟ ਜਦ ਅਸੀਂ ਇਹੋ ਜਿਹੇ ਸੋਸ਼ਲ ਕਾਰਜ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ ਦੀ ਭਾਸ਼ਾ ਵਿੱਚ, ਕਿਉਂਕਿ ਮੈਂ ਇੱਥੇ ਆਉਣ ਤੋਂ ਬਾਅਦ ਬਾਬਾ ਜੀ ਨੂੰ ਮੈਂ ਵੈਸੇ ਮਾਸਟਰਸ ਕੰਪਿਊਟਰ ਵਿੱਚ ਕੀਤੀ ਹੋਈ ਸੀ। ਸੋ ਮੈਨੂੰ ਬਾਬਾ ਜੀ ਨੇ ਕਿਹਾ ਕਿ ਤੂੰ ਮਾਸਟਰ ਸੋਸ਼ਲ ਵਰਕ ਦੇ ਅੰਦਰ ਵੀ ਕਰ ਜੀ। ਤੇ ਉਹ ਕਿਉਂ ਕਰ ਰਿਹਾ ਸੀ, ਉਹ ਬਾਬਾ ਜੀ ਦਾ ਕੋਈ ਵਿਜ਼ਨ ਸੀ। ਤੇ ਉੱਥੇ ਆ ਕੇ ਜਦੋਂ ਬਾਬਾ ਜੀ ਮੈਨੂੰ ਮਾਸਟਰਸ ਕਰਾਈ ਤੇ ਇੱਕ ਸਮਝ ਆਇਆ ਕਿ ਜਿਵੇਂ ਆਪਾਂ ਬਿਜ਼ਨਸ ਅੰਦਰ ਇਹ ਸੋਚਦੇ ਮੈਨੂੰ ਮੁਨਾਫਾ ਕਿੰਨਾ ਹੋਣਾ ਹੈ, ਪ੍ਰੋਫਿਟ ਕਿੰਨਾ ਹੋਣਾ ਹੈ, ਇਹ ਜਿਹੜਾ ਸੋਸ਼ਲ ਇੱਕ ਕਾਜ਼ ਹੁੰਦਾ ਨਾ, ਇਹਦੇ ਅੰਦਰ ਹੁੰਦਾ SROI, ਉਹ ਹੁੰਦਾ ਸੋਸ਼ਲ ਰਿਟਰਨ ਔਨ ਇਨਵੈਸਟਮੈਂਟ। ਮਤਲਬ ਜਿਹੜੀ ਇਨਵੈਸਟਮੈਂਟ ਸੰਗਤ ਨੇ ਪੰਜਾਬ ਦੀ ਧਰਤੀ ਤੇ ਕੀਤੀ ਐਜੂਕੇਸ਼ਨ ਦੇ ਉੱਪਰ ਜੀ, ਉਹਦਾ ਸੋਸ਼ਲ ਰਿਟਰਨ ਕੀ ਆ ਰਿਹਾ। ਸੋ ਅੱਜ ਜਿਹੜੀ ਆਪਾਂ ਇੱਥੇ ਕਨਵੋਕੇਸ਼ਨ ਵੀ ਦੇਖੀ, ਉਹਦਾ ਇਹ ਸਾਨੂੰ ਇਹ ਚੀਜ਼ ਦਾ ਮਾਣ ਹੋਇਆ, ਖੁਸ਼ੀ ਹੋਈ ਕਿ ਜੋ ਬਾਬਾ ਜੀ ਨੇ ਜਾਂ ਸੰਗਤ ਨੇ ਮਿਲ ਕੇ ਸਹਿਯੋਗ ਦਿੱਤਾ ਐਜੂਕੇਸ਼ਨ ਦੇ ਉੱਪਰ, ਅੱਜ ਉਹਦਾ ਰਿਟਰਨ ਤੁਸੀਂ ਦੇਖਿਆ ਹੀ ਹੋਏਗਾ ਕਿ ਕਿਵੇਂ ਕੁੜੀਆਂ ਅੱਗੇ ਆ ਕੇ ਡਿਗਰੀਆਂ ਲੈ ਰਹੀਆਂ ਨੇ, 250 ਤੋਂ 300 ਬੱਚੇ ਨਾਲ ਡਿਗਰੀਆਂ ਲਿੱਤੀਆਂ। ਸੋ ਉਹ ਜਿਹੜੀ ਰਿਟਰਨ ਆਫ ਇਨਵੈਸਟਮੈਂਟ ਹੈ ਨਾ, ਉਹ ਅੱਜ ਸੰਗਤ ਜਦ ਦੇਖੇਗੀ ਇਸ ਚੀਜ਼ ਨੂੰ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਬਾਬਾ ਜੀ ਦੇ ਇਸ ਕਾਰਜ ਵਿੱਚ ਕੁਝ ਹਿੱਸਾ ਪਾਇਆ, ਤਾਂ ਹੀ ਇਹ ਯੂਨੀਵਰਸਿਟੀ ਜਾਂ ਸਕੂਲ ਚੱਲ ਰਹੇ ਨੇ ਜੀ। ਸੋ ਇਹ ਮੇਨ ਸਾਡਾ ਬਾਬਾ ਜੀ ਗਰਲ ਐਜੂਕੇਸ਼ਨ ਤੇ ਬਹੁਤ ਜ਼ੋਰ ਦਿੰਦੇ ਸੀਗੇ ਬਾਬਾ ਤੇ ਜੀ। ਅੱਜ ਵੀ ਦੇਖਿਆ ਤਾਂ 80% ਤੋਂ ਜ਼ਿਆਦਾ ਮੈਨੂੰ ਲੱਗਦਾ ਲੜਕੀਆਂ ਜੀ 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 ਯੂਨੀਵਰਸਿਟੀ ਦੇ ਅੰਦਰ ਸਾਡਾ ਇੱਕ ਇੱਥੇ ਕੋਰਸ ਹੈਗਾ ਜੀ, MBA ਇਨ ਬਿਜ਼ਨਸ ਐਨਾਲਿਟਿਕਸ ਜੀ। ਆਪਾਂ ਇਹ 2 ਸਾਲ ਪਹਿਲਾਂ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ ਸਟਾਰਟ ਕੀਤਾ ਸੀ ਜੀ। ਸੋ ਉਸ ਕੋਰਸ ਦੇ ਅੰਦਰ ਜਦ ਅਸੀਂ ਫਸਟ ਟਾਈਮ ਐਡਮਿਸ਼ਨ ਕਰਾਈ, ਸਾਨੂੰ ਪਹਿਲੇ ਤਾਂ ਇਹ ਲੱਗ ਰਿਹਾ ਸੀ ਕਿ ਸਾਨੂੰ ਇੱਥੇ ਬੱਚੇ ਨਹੀਂ ਮਿਲਣੇ, ਕਿਉਂਕਿ ਇੱਥੇ ਹੋੜ ਲੱਗੀ, ਅਸੀਂ ਕੈਨੇਡਾ ਜਾਣਾ ਹੈ, US ਜਾਣਾ ਹੈ, 12ਵੀਂ ਤੋਂ ਬਾਅਦ ਹੀ ਬੱਚੇ ਆਈਲੈਟਸ ਕਰਕੇ ਜਾਣਾ ਚਾਹੁੰਦੇ ਨੇ। ਸੋ ਬਟ ਜਦ ਅਸੀਂ ਉਹ ਕੋਰਸ ਲਾਂਚ ਕੀਤਾ, ਕੁਝ ਬੱਚਿਆਂ ਨੇ ਅਪਲਾਈ ਕੀਤਾ, ਜਿਹੜੀ ਤੁਸੀਂ ਹੈਰਾਨ ਹੋਗੇ, ਜਿਹੜੇ ਸਾਡੇ ਕੋਲ 11 ਬੱਚੇ ਆਏ ਫਸਟ ਬੈਚ ਦੇ ਅੰਦਰ, ਉਹ 11 ਦੀ 11 ਕੁੜੀਆਂ ਸੀ ਜੀ। ਸੋ ਸਾਨੂੰ ਉਸ ਵੇਲੇ ਸਮਝ ਆਈ ਕਿ ਕੁੜੀਆਂ ਦੇ ਅੰਦਰ ਕਿੰਨਾ ਕੁ ਚਾਹ ਹੈਗਾ ਪੜ੍ਹਨ ਦਾ। ਤੇ ਉਹ ਫਿਰ ਹੁਣ ਅੱਜ ਉਹ ਕੁੜੀਆਂ ਜਿਹੜੀ ਹੈਗੀਆਂ 11 ਚੋਂ 11 ਜਿਹੜੀ ਹੁਣ ਇਸ ਸਾਲ ਪਾਸ ਆਊਟ ਕਰਨਗੀਆਂ, ਸੈਕੰਡ ਈਅਰ ਚੱਲ ਰਿਹਾ ਹੈ, ਉਸ ਚੋਂ 3 ਕੁੜੀਆਂ ਨੂੰ ਜੌਬ ਲੱਗੀ ਹੈ, UK ਦੀ ਕੰਪਨੀ ਹੈ, 2 ਕੰਪਨੀਆਂ ਨੂੰ US ਦੀ ਕੰਪਨੀ ਵਿੱਚ ਲੱਗੀ ਹੈ ਤੇ 2 ਕੁੜੀਆਂ ਸਾਡੀ ਬਾਹਰ ਜਾ ਰਹੀਆਂ, ਇੱਕ PhD ਕਰਨ ਜਾ ਰਹੀ ਹੈ, ਇੱਕ ਮਾਸਟਰਸ ਕਰਨ ਜਾ ਰਹੀ ਹੈ। ਸੋ ਜਿਹੜੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਬਾਹਰ ਨਾ ਜਾਓ, ਕੈਨੇਡਾ ਨਾ ਜਾਓ, US ਨਾ ਜਾਓ, ਬਟ ਅਸੀਂ ਇਹ ਕਹਿੰਦੇ ਕਿ ਜੇ ਬਾਹਰ ਜਾਣਾ ਹੈ ਤੇ ਵਾਈਟ ਕਾਲਰ ਜੌਬ ਵਾਸਤੇ ਜਾਇਆ ਜਾਏ ਜੀ, ਰਾਦਰ ਦੈਨ ਕਿ ਮਤਲਬ ਇੱਕ ਉੱਥੇ ਜਾ ਕੇ ਕੋਈ ਕਲੈਰੀਕਲ ਜੌਬ ਜਾਂ ਛੋਟੀ ਜੌਬ ਜਿਵੇਂ ਪੈਟਰੋਲ ਪੰਪ ਹੋ ਗਿਆ, ਇਹ ਕਰਨ ਤੋਂ ਬਜਾਏ ਜੇ ਬੱਚੇ ਬਾਹਰ ਜਾਣ ਤੇ ਉਹ ਕਾਲਰ ਜੌਬਸ ਤੇ ਜਾਣ। ਸੋ ਉਹੀ ਟਾਰਗੇਟ ਦੇ ਨਾਲ, ਉਹੀ ਮਿਸ਼ਨ ਦੇ ਨਾਲ ਇਹ ਹਾਇਰ ਐਜੂਕੇਸ਼ਨ ਦਾ ਸਾਰਾ ਮਿਸ਼ਨ ਚਲਾ ਰਹੇ ਹਾਂ। ਐਂਡ ਤੁਸੀਂ ਹੈਰਾਨ ਹੋ ਗਏ ਵੀਰ ਜੀ, ਮੈਂ ਹੁਣੇ ਹੀ ਇਨਵੋਲਵ ਹੋਇਆ ਸੀ ਇੱਥੇ ਪਲੇਸਮੈਂਟਸ ਵਾਸਤੇ, ਤੇ ਮੈਨੂੰ ਜਦ ਇੱਥੇ ਆਇਆ ਤੇ ਮੈਨੂੰ ਇਹ ਚੀਜ਼ ਦੀ ਸਮਝ ਆਈ ਕਿ ਸਾਡੇ ਕੋਲ ਹਰ ਰੋਜ਼ ਦਾ ਘੱਟੋ ਘੱਟ 1-2 ਕੇਸ ਤੇ ਇਹੋ ਜਿਹੇ ਆ ਰਹੇ ਜਿਹੜੇ ਕਿ ਫਾਈਨੈਂਸ਼ੀਅਲੀ ਐਜੂਕੇਸ਼ਨ ਨੂੰ ਸਪੋਰਟ ਨਹੀਂ ਕਰ ਸਕਦੇ। ਔਰ ਬਾਬਾ ਜੀ ਨੇ ਸਾਨੂੰ ਇੱਥੇ ਤੱਕ ਵੀ ਹੁਣ ਆਗਿਆ ਦੇਤੀ ਹੈ ਕਿ ਤੁਹਾਨੂੰ ਮੈਨੂੰ ਵੀ ਪੁੱਛਣ ਦੀ ਲੋੜ ਨਹੀਂ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਬੱਚਾ ਪੜ੍ਹਨ ਵਾਲਾ ਹੈ ਔਰ ਉਹ ਐਜੂਕੇਸ਼ਨ ਨੂੰ ਅਫੋਰਡ ਨਹੀਂ ਕਰ ਸਕਦਾ ਫਾਈਨੈਂਸ਼ੀਅਲੀ, ਤੁਸੀਂ ਉਹਦੀ ਫੀਸ ਪੂਰੀ ਮਾਫ ਕਰ ਦਿਓ ਭਾਵੇਂ, ਪਰ ਉਹਨੂੰ ਪੜ੍ਹਾਓ। ਸੋ ਅਸੀਂ ਰੋਜ਼ ਸਾਨੂੰ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਹੈ ਤੇ ਅਸੀਂ ਜੇ ਬੈਲੈਂਸ ਸ਼ੀਟ ਦੇਖੀਏ ਤੇ ਸਾਡੀ ਹਮੇਸ਼ਾ ਲਾਸ ਹੈ, ਕਿਉਂਕਿ ਇਹ ਰੂਰਲ ਐਜੂਕੇਸ਼ਨ ਦੇ ਅੰਦਰ ਪ੍ਰੋਫਿਟ ਵੀ ਕੈਨੋਟ ਐਕਸਪੈਕਟ। ਜਿਹੜੀ ਅਰਬਨ ਦੇ ਅੰਦਰ ਸਕੂਲ ਖੁੱਲ੍ਹਦੇ ਨੇ ਉਹਨਾਂ ਦਾ ਪ੍ਰੋਫਿਟ ਮੇਕਿੰਗ ਅਲੱਗ ਸਿਸਟਮ ਹੁੰਦਾ ਹੈ, ਬਟ ਰੂਰਲ ਦੇ ਅੰਦਰ ਤੁਹਾਨੂੰ ਹਰ ਤਰੀਕੇ ਦੇ ਬੱਚੇ ਨੂੰ ਕੈਟਰ ਕਰਨਾ ਹੈ। ਸੋ ਬੜਾ ਕੁਝ ਹੈਗਾ ਜੀ ਜੋ ਪ੍ਰੈਕਟੀਕਲੀ ਸਮਝ ਆਉਂਦਾ ਹੈ। ਉਹ ਬਾਹਰੋਂ ਲੱਗਦਾ ਹੈ ਕਿ ਕਈ ਵਾਰ ਅਸੀਂ ਜਾਂਦੇ ਸੀ US UK ਤੇ ਕਈ ਸੰਗਤ ਕਹਿੰਦੀ ਸੀ ਬੜੂ ਸਾਹਿਬ ਜੀ ਕੋਲ ਬਹੁਤ ਪੈਸਾ ਆਉਂਦਾ ਜੀ, ਬਹੁਤ ਡੋਨੇਸ਼ਨ ਆਉਂਦੀ ਹੈ, ਬਟ ਜਦ ਉਹ ਕੋਈ ਇੱਥੇ ਆ ਕੇ ਪ੍ਰੈਕਟੀਕਲੀ ਆ ਕੇ ਦੇਖੇ ਕਿ ਜਿਹੜਾ ਪੈਸਾ ਸੰਗਤ ਦਾ ਆ ਰਿਹਾ ਉਹ ਕਿਸ ਤਰੀਕੇ ਨਾਲ ਯੂਟਿਲਾਈਜ਼ ਹੋ ਰਿਹਾ, ਕਿਹੜੇ ਬੱਚਿਆਂ ਨੂੰ ਕਿਸ ਲੈਵਲ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਕਿਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕੀਤਾ ਜਾ ਰਿਹਾ, ਤੇ ਮੈਨੂੰ ਲੱਗਦਾ ਉਹਨਾਂ ਦੇ ਆਨਸਰਸ ਆਪਣੇ ਆਪ ਹੀ ਸੋਲਵ ਹੋ ਜਾਣਗੇ। ਸੋ ਇਹ ਟਾਈਮ ਹੈਗਾ ਜੇ ਪੰਥ ਵਿੱਚ ਕੋਈ ਇਹੋ ਜਿਹੀ ਸੰਸਥਾ ਹੈ ਜਿਹੜੀ ਕਿ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ, ਉਸ ਨੂੰ ਸਪੋਰਟ ਕਰੀਏ। ਐਂਡ ਇਟ ਇਜ਼ ਨਾਟ ਅਬਾਊਟ ਬੜੂ ਸਾਹਿਬ, ਇਟ ਇਜ਼ ਦਾ ਮਿਸ਼ਨ ਆਫ ਐਜੂਕੇਸ਼ਨ। ਇਸ ਵੇਲੇ ਕੋਈ ਵੀ ਸੰਸਥਾ ਜਿਹੜੀ ਪੰਜਾਬ ਦੇ ਬੱਚਿਆਂ ਨੂੰ ਐਜੂਕੇਸ਼ਨ ਤੇ ਨਾਲ ਇੰਪਾਵਰਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਨੂੰ ਸਾਨੂੰ ਵੱਧ ਚੜ੍ਹ ਕੇ ਸਪੋਰਟ ਕਰਨਾ ਚਾਹੀਦਾ।
ਅੱਛਾ, ਤੁਸੀਂ ਮੈਨੂੰ ਬਿਲਡਿੰਗ ਬਾਰੇ ਦੱਸ ਰਹੇ ਸੀ, ਇਹ ਇਸ ਜਗ੍ਹਾ ਬਾਰੇ ਕੁਝ ਦੱਸ ਰਹੇ ਸੀਗੇ, ਇੱਥੇ ਕੀ ਬਣ ਰਿਹਾ? ਇਹ ਜਿਸ ਵੇਲੇ ਜਦ ਪ੍ਰੋਜੈਕਟ ਸਟਾਰਟ ਹੋਇਆ ਸੀ, ਜੀ। ਸੋ ਬਾਬਾ ਜੀ ਦਾ ਆਸ਼ਾ ਸੀ ਇੱਥੇ ਅਸੀਂ ਸੈਂਟਰ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਣਾਉਣਾ ਹੈ, ਜੀ ਜੀ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਰੇ ਹਰ ਭਾਸ਼ਾ ਅਵੇਲੇਬਲ ਦੇ ਅੰਦਰ ਟਰਾਂਸਲੇਟ ਕੀਤਾ ਜਾਏ ਜੀ ਤੇ ਜੀ ਨਾਲ ਉਹਦੀ ਇੱਕ ਕੰਪੈਰੀਟਿਵ ਸਟੱਡੀ ਕੀਤੀ ਜਾਏ। ਸੋ ਅਸੀਂ ਇਹ ਪ੍ਰੋਜੈਕਟ ਸਾਡਾ ਆਉਣ ਵਾਲੇ 2-3 ਸਾਲਾਂ ਤੱਕ ਇਨੀਸ਼ੀਏਟ ਹੋਏਗਾ। ਜੀ ਇੱਥੇ ਬਿਲਡਿੰਗ ਤਿਆਰ ਕਰਕੇ ਉਸ ਕਾਲਜ ਤਿਆਰ ਕੀਤੇ ਜਾਣੇ ਹੈ, ਜੀ ਕਿਉਂਕਿ ਸਾਡੇ ਕੋਰਸ ਹੈਗਾ ਬੈਚਲਰ ਇਨ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਜੋ ਜੀ। ਕਿ ਇਸ ਸਾਲ ਕੱਲ ਅੱਜ ਤੁਸੀਂ ਦੇਖਿਆ ਹੋਏਗਾ ਕਿ ਬੱਚੇ ਕੁਝ ਗ੍ਰੈਜੂਏਟ ਹੋਏ ਨੇ ਉਹਦੇ ਅੰਦਰ। ਹਮ। ਸੋ ਬੈਚਲਰਸ ਕੋਰਸ ਦੇ ਅੰਦਰ ਬਿਲਕੁਲ ਹੀ ਫ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਸਟੱਡੀ ਕਰਾਈ ਜਾਂਦੀ ਹੈ ਤੇ 3 ਹਾਂ, ਮੈਂ ਸਾਲ ਦੀ ਉਸ degree ਬਾਰੇ ਦੀ- ਸਵਾਲ ਪੁੱਛਣਾ ਸੀਗਾ, ਜਿਹੜਾ ਬੈਚਲਰ ਆਫ ਗੁਰੂ ਗ੍ਰੰਥ ਸਾਹਿਬ ਜੀ, studies, ਸਟੱਡੀਜ਼ ਹਾਂਜੀ। ਬਾਰੇ, ਹਾਂਜੀ, ਉਹਦੇ ਬਾਰੇ ਥੋੜਾ ਜਿਹਾ ਦੱਸਿਓ ਕੀ ਹੈ ਉਹ course? ਕੋਰਸ ਵੀ ਯੂਨੀਵਰਸਿਟੀ ਵੱਲੋਂ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਜੀ ਤੇ ਜੀ ਜਿਹੜੇ ਬੱਚੇ ਉਹਦੇ ਅੰਦਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਟੱਡੀ ਕਰਾਈ ਜਾਂਦੀ ਹੈ ਜੀ ਜੀ ਤਾਂ ਕਿ ਉਹ ਇੱਕ ਪਾਠੀ ਸਿੰਘ ਜਾਂ ਪ੍ਰਚਾਰਕ ਬਣ ਸਕਣ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਗਿਆਨ ਹੋਏ ਤੇ ਨਾਲ ਜੀ। ਉਹਨਾਂ ਕੋਲ ਇੱਕ ਡਿਗਰੀ ਵੀ ਹੋਏ, ਕੋਈ ਜੌਬ ਕਰਨਾ ਚਾਹੁੰਦੇ ਹੋਣ ਗ੍ਰੰਥੀ ਸਿੰਘ ਦੀ, ਸਕਾਲਰਸ ਦੀ, PhD ਤੇ ਉਹ ਜੀ। ਸਾਰੀ ਚੀਜ਼ਾਂ ਨੂੰ ਕਰ ਸਕਣ। ਜੀ। ਸੋ ਉਹ ਕੋਰਸ ਬਿਲਕੁਲ ਫ੍ਰੀ ਹੈ, ਮਤਲਬ ਬੱਚਿਆਂ ਨੂੰ ਇੱਥੇ ਤੱਕ ਕਿ ਰਹਿਣਾ ਖਾਣਾ ਪੀਣਾ ਸਭ ਕੁਝ ਹੀ ਦਿੱਤਾ ਜਾਂਦਾ ਹੈ ਤੇ ਅੱਜ ਫਰਸਟ ਬੈਚ ਉਹਦਾ ਕੰਪਲੀਟ ਹੋਇਆ ਹੈ ਜੀ ਜੀ ਤੇ ਕੋਈ ਲਗਭਗ 15-16 ਬੱਚੇ ਸੀ ਜਿਨ੍ਹਾਂ ਨੂੰ ਉਹ ਡਿਗਰੀ ਦਿੱਤੀ ਗਈ। ਬਾਬਾ ਜੀ ਵੀ ਦੱਸ ਰਹੇ ਸੀਗੇ, VC ਸਰ ਵੀ ਦੱਸ ਰਹੇ ਸੀਗੇ ਵੀ ਉਹਨਾਂ ਦੇ ਜਿਹੜੇ ਤਜਰਬੇ ਸਾਂਝੇ ਕਰ ਰਹੇ ਸੀਗੇ ਹਾਂਜੀ, ਬੱਚੇ, ਹਾਂਜੀ, ਉਹ ਬੜੇ ਹਾਂਜੀ। ਇਮੋਸ਼ਨਲ ਸੀਗੇ, ਹਾਂਜੀ ਹਾਂਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਸਟੱਡੀ ਕਰਕੇ ਗਏ ਨੇ ਜੀ ਇੱਥੋਂ ਜੀ ਬੱਚੇ। ਜੀ ਵੀ ਮੰਨ ਲਿਆ ਜਾਵੇ ਵੀ ਅੱਗੇ ਜਿਹੜੇ ਕਹ ਲਓ ਪ੍ਰਚਾਰਕ ਵੀ ਹੋਣਗੇ ਅੱਗੇ, ਜਿਹੜੇ ਜਿਹੜੇ ਇੱਥੋਂ ਪੜ੍ਹ ਕੇ ਉਹਨਾਂ ਦੇ ਅੰਦਰ ਉਹ ਜਾਣਗੇ। ਵੈਲਿਊਜ਼ ਹੋਣਗੇ ਜੀ, ਉਹਨੇ ਆਪ ਕਮਾਈਆਂ ਹੋਣਗੀਆਂ ਤਾਂ ਉਹ ਦੱਸ ਸਕਦੇ ਨੇ। ਕਿਉਂਕਿ ਕੀ ਹੁੰਦਾ ਹੈ ਕਿ ਇਹ ਜਿਹੜਾ ਪ੍ਰਚਾਰਕ ਦਾ ਕੰਮ ਹੈਗਾ ਨਾ ਵੀਰ ਜੀ, ਇਹਦੇ ਅੰਦਰ ਜੇ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਹੈ ਤੇ ਉਹ ਡਿਜ਼ਾਸਟਰ ਵੀ ਕ੍ਰੀਏਟ ਕਰ ਸਕਦਾ ਹੈ। ਸੋ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿੱਥੇ ਬੱਚੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਟੱਡੀ ਕਰ ਰਹੇ ਨੇ, ਉਹਨਾਂ ਦੇ ਅੰਦਰ ਵੈਲਿਊਜ਼ ਵੀ ਆਉਣ ਤੇ ਉਹ ਪ੍ਰਚਾਰਕ ਇਹੋ ਜਿਹੇ ਬਣਨ ਤਾਂ ਕਿ ਉਹ ਕੰਟਰੋਵਰਸ਼ੀਅਲ ਗੱਲ ਨਾ ਕਰਕੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਸੰਗਤ ਨੂੰ ਦੱਸਣ। ਜੀ। ਸੋ ਉਹ ਇਸ ਮਿਸ਼ਨ, ਇਸ ਕੋਰਸ ਦਾ ਜਿਵੇਂ ਮੇਨ ਏਮ ਹੈਗਾ ਕਿ ਉਹ ਬੱਚੇ ਅਸੀਂ ਤਿਆਰ ਕਰ ਸਕੀਏ। ਸੋ ਇਸ ਤੋਂ ਇਲਾਵਾ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਇੱਕ ਅਪੀਲ ਕਹਿ ਲਓ ਜਾਂ ਇੱਕ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਇਸ ਸਾਲ ਵੀ ਅਸੀਂ ਇਹ ਫੈਸਲਾ ਕੀਤਾ, ਪ੍ਰਣ ਕੀਤਾ ਕਿ ਜਿਹੜੇ ਸਾਡੀ ਅਕੈਡਮੀਜ਼ ਹੈਗੀਆਂ ਨੇ ਉਹਦੇ ਅੰਦਰ ਹਰ ਅਕੈਡਮੀ ਦੇ ਅੰਦਰ ਅਸੀਂ ਘੱਟੋ ਘੱਟ 12 ਬੱਚੇ ਇਹੋ ਜਿਹੇ ਅਡਾਪਟ ਕਰੀਏ ਜਿਹੜੇ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ। ਕਿਉਂਕਿ ਇਸ ਵੇਲੇ ਸਾਡੇ ਕੋਲ 28,000 ਬੱਚਾ ਹੈ ਜੋ ਅਸਿਸਟੈਂਟ ਐਜੂਕੇਸ਼ਨ ਲੈ ਰਿਹਾ, ਉਸ ਤੋਂ ਕੋਈ 7,000 ਬੱਚਾ ਹੈ ਜੋ ਬਿਲਕੁਲ ਫ੍ਰੀ ਪੜ੍ਹ ਰਿਹਾ। ਸੋ ਬਾਬਾ ਜੀ ਦਾ ਇਹ ਬਚਨ ਸੀ ਕਿ ਆਪਾਂ ਘੱਟੋ ਘੱਟ 10,000 ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਈਏ। ਸੋ ਇਸ ਸਾਲ ਸਾਡਾ ਪ੍ਰੋਜੈਕਟ ਹੈਗਾ, ਜਿਹੜੀ ਹੁਣ ਐਡਮਿਸ਼ਨ ਸਟਾਰਟ ਹੋਈ ਹੈ, ਕਿ ਪਰ ਅਕੈਡਮੀ 10 ਬੱਚਾ ਤੇ 130 ਅਕੈਡਮੀ ਹੈ ਤੇ 1300-1400 ਬੱਚਾ ਅਸੀਂ ਇਹੋ ਜਿਹਾ ਲੈਣਾ ਹੈ ਕਿ ਜਿਹੜਾ ਉਸ ਸਕੀਮ ਦੇ ਅੰਦਰ ਆ ਸਕੇ, ਜਿਸ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਸਕੇ। ਸੋ ਤੁਹਾਡੇ ਚੈਨਲ ਦੇ ਰਾਹੀਂ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਇੱਕ ਬੱਚੇ ਨੂੰ ਪੜ੍ਹਾਉਣ ਦਾ ਜਿਹੜਾ ਖਰਚਾ ਹੈ ਉਹ $500 ਹੈਗਾ ਸਾਲ ਦਾ, ਤੇ ਉਹ ਜੇ ਸੰਗਤ ਇੱਕ ਬੱਚਾ, 2 ਬੱਚਾ, 3 ਬੱਚੇ ਜਿਵੇਂ ਵੀ ਉਹ ਅਫੋਰਡ ਕਰ ਸਕਦੀ ਹੈ, ਉਹ ਇਸ ਮਿਸ਼ਨ ਵਿੱਚ ਸਹਿਯੋਗ ਪਾਏ ਤਾਂ ਕਿ ਅਸੀਂ ਹਰ ਸਾਲ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਐਜੂਕੇਸ਼ਨ ਨੂੰ ਸਪੋਰਟ ਕਰ ਸਕੀਏ। ਦੂਸਰਾ, ਜੇ ਕੋਈ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਪੋਰਟ ਨਹੀਂ ਕਰਨਾ ਚਾਹੁੰਦਾ ਤੇ ਜਿਹੜੇ ਬੱਚੇ ਹਾਇਰ ਐਜੂਕੇਸ਼ਨ ਕਰ ਰਹੇ ਨੇ, ਉਹ ਵੀ ਇਹੋ ਜਿਹੇ ਕੇਸ ਹੈ। ਅੱਜ ਅਸੀਂ ਸਾਡੀ ਕਨਵੋਕੇਸ਼ਨ ਸੀ, ਅੱਜ ਵੀ 2 ਪੇਰੈਂਟਸ ਇੱਥੇ ਆਏ ਹੋਏ ਸੀ, ਜਿਹੜੇ ਕਿ ਇੱਕ ਕੁੜੀ ਹੈ ਉਹ ਮੈਥਮੈਟਿਕਸ ਦੀ ਸਕਾਲਰ ਹੈਗੀ ਹੈ, ਪਰ ਉਹ ਅੱਗੇ ਪੜ੍ਹਨ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੈ। ਸੋ ਬਾਬਾ ਜੀ ਨੂੰ ਮਿਲਣ ਆਈ ਸੀ ਤੇ ਬਾਬਾ ਜੀ ਨੇ ਪਹਿਲੇ ਹੀ ਕਹਿਤਾ, ਡਾਕਟਰ ਦਵਿੰਦਰ ਸਿੰਘ ਜੀ ਨੇ, ਕਿ ਬਈ ਇਹਨਾਂ ਨੂੰ ਜੇ ਬੱਚੀ ਟੌਪਰ ਹੈ 90+ ਹੈਗੀ ਆਪਾਂ ਲੈ ਲਈਏ, ਫੀਸ ਦਾ ਬਾਅਦ ਵਿੱਚ ਦੇਖਾਂਗੇ ਕਿੱਥੋਂ ਆਣੀ ਹੈ। ਸੋ ਇਹੋ ਜਿਹੇ ਉਪਰਾਲੇ ਇਸ ਸੰਸਥਾ ਵੱਲ ਕੀਤੇ ਜਾ ਰਹੇ ਨੇ। ਅਸੀਂ ਇਹੀ ਬੇਨਤੀ ਕਰਦੇ ਹਾਂ, ਇਹੀ ਅਪੀਲ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਜੇ ਬਚਾਉਣਾ ਹੈ, we being a minority cannot survive without quality and quality can only be created through education। ਤੇ ਅਸੀਂ ਐਜੂਕੇਸ਼ਨ ਦੀ ਮੁਹਿੰਮ ਚਲਾਈਏ, ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਕੁਆਲੀਫਿਕੇਸ਼ਨ ਐਜੂਕੇਸ਼ਨ ਦਈਏ ਤਾਂ ਕਿ ਉਹ ਚਾਹੇ ਭਾਵੇਂ ਬਾਹਰ ਜਾਣ ਭਾਵੇਂ ਇੰਡੀਆ ਵਿੱਚ ਰਹਿਣ, ਉਹ ਇੱਕ ਅੱਛੇ ਨਾਗਰਿਕ ਬਣ ਸਕਣ, ਇੱਕ ਅੱਛੇ ਸਿੱਖ ਬਣ ਸਕਣ ਔਰ ਉਹ ਆਪਣੇ ਪੰਥ ਦੀ ਵੀ ਸੇਵਾ ਕਰਨ ਤੇ ਸਮਾਜ ਦੀ ਵੀ ਸੇਵਾ ਕਰਨ। ਸੋ ਇਹ ਸੁਨੇਹਾ ਮੈਂ ਆਪ ਜੀ ਦੇ ਚੈਨਲ ਰਾਹੀਂ ਦੇਣਾ ਚਾਹੁੰਦਾ ਸੰਗਤ ਨੂੰ। ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਨੇੜਿਓਂ ਜਾਣ ਕੇ ਇਸ ਸੰਸਥਾ ਦੇ ਮਿਸ਼ਨ ਬਾਰੇ। ਜੇ ਆਪਾਂ ਗੱਲ ਕਰੀਏ, ਜਿਵੇਂ ਤੁਸੀਂ 6 ਬੱਚੇ 12 ਬੱਚੇ ਕਿਹਾ ਹੈ ਨਾ, ਪਹਿਲਾਂ 5 ਬੱਚੇ ਲੈਂਦੇ ਸੀਗੇ, ਵੈਸੇ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਜੀ, ਵੈਸੇ ਤਾਂ ਲੋੜ ਤਾਂ ਇਦੋਂ ਵੀ ਜ਼ਿਆਦਾ ਬੱਚੇ ਬਹੁਤ ਲੋੜ ਹੈ ਜੀ। ਪਰ ਕੀ ਹੁੰਦਾ ਕਿ ਸਾਡੀ ਵੀ ਇੱਕ ਲਿਮਿਟੇਸ਼ਨ ਬਣ ਜਾਂਦੀ ਹੈ, ਕਿਉਂਕਿ ਹਰ ਸਾਲ ਅਸੀਂ ਜੇ 1300 ਬੱਚੇ ਐਡ ਕਰ ਰਹੇ ਹਾਂ ਜਾਂ 1200 ਬੱਚੇ ਐਡ ਕਰ ਰਹੇ ਹਾਂ, ਤੇ ਤੁਸੀਂ ਮੰਨ ਕੇ ਚਲੋ ਜਿਵੇਂ ਇੱਕ ਬੱਚੇ ਦੇ ਪੜ੍ਹਾਈ ਦਾ ਖਰਚਾ 30,000 ਰੁਪਏ ਹੈ,
ਜੀ ਤੇ ਸਮਝ ਲਓ ਕਿ ਤੁਸੀਂ ਹਰ ਸਾਲ 3 ਤੋਂ 4 ਕਰੋੜ ਦੀ ਸਕਾਲਰਸ਼ਿਪ ਦੇ ਰਹੇ ਹੋ, ਜੀ ਜੋ ਕਿ 1 ਸਾਲ ਵਾਸਤੇ ਨਹੀਂ, ਉਹ ਬੱਚੇ ਨੇ ਸਾਡੇ ਕੋਲ ਘੱਟੋ ਘੱਟ 10 ਸਾਲ ਪੜ੍ਹਨਾ ਹੈ। ਜੀ ਤੇ ਹਰ ਸਾਲ ਜੇ 3 ਕਰੋੜ ਅੰਦਰ ਰਹੇਗਾ ਤੇ 10 ਸਾਲਾਂ ਵਿੱਚ 30 ਕਰੋੜ ਦੀ ਫਿਗਰ ਪਹੁੰਚ ਗਈ ਤੁਹਾਡੀ, ਜਿਹੜੇ ਬੱਚੇ ਫ੍ਰੀ ਪੜ੍ਹ ਰਹੇ ਨੇ। ਜੀ ਸੋ ਇਸ ਕਰਕੇ ਸਾਡੀ ਇੱਕ ਥੋੜੀ ਜਿਹੀ ਲਿਮਿਟੇਸ਼ਨ ਹੈਗੀ ਹੈ, ਜੀ। ਪਰ ਅਸੀਂ ਜੇ ਸੰਗਤ ਸਾਰੀ ਸਹਿਯੋਗ ਦੇ ਤੇ ਅਸੀਂ ਇਹ ਉਦਮ ਕਰ ਸਕਦੇ ਹਾਂ ਕਿ ਜਿਹੜੇ ਬੱਚੇ ਸੱਚ ਵਿੱਚ ਅਫੋਰਡ ਨਹੀਂ ਕਰ ਸਕਦੇ। ਪਰ ਹੁੰਦਾ ਕੀ ਹੈ ਕਿ ਕਈ ਵਾਰ ਸਾਡੇ ਕੋਲ ਜੈਨੂਇਨ ਕੇਸ ਨਹੀਂ ਹੁੰਦਾ, ਪਰ ਉਹਨੂੰ ਜੈਨੂਇਨ ਬਣਾ ਕੇ ਦਿਖਾ ਦਿੱਤਾ ਜਾਂਦਾ ਹੈ। ਸੋ ਉਸ ਵੇਲੇ ਸੰਸਥਾ ਲਈ ਵੀ ਦਿੱਕਤ ਹੋ ਜਾਂਦੀ ਹੈ, ਕਿਉਂਕਿ ਜੇ ਅਸੀਂ ਉਸ ਕੇਸ ਨੂੰ ਕੈਟਰ ਕਰਦੇ ਹਾਂ ਤੇ ਜਿਹੜਾ ਬੱਚਾ ਸੱਚ ਵਿੱਚ ਲੋੜਵੰਦ ਹੈਗਾ ਉਹਦੇ ਕੋਲ ਅਸੀਂ ਨਹੀਂ ਪਹੁੰਚ ਪਾਉਂਦੇ। ਸੋ ਇਹ ਤੇ ਹੁਣ ਸਾਨੂੰ ਸਾਰਿਆਂ ਨੂੰ ਆਪ ਕਮਰ ਕੱਸਾ ਕਰਨਾ ਪੈਣਾ ਹੈ ਕਿ ਅਸੀਂ ਰਲ ਮਿਲ ਕੇ ਪੰਜਾਬ ਜਾਂ ਜਿੱਥੇ ਜਿੱਥੇ ਸਾਡੇ ਸਿੱਖ, ਕਿਉਂਕਿ ਸਾਡੇ 5 ਸਟੇਟਾਂ ਵਿੱਚ ਸਕੂਲ ਨੇ, ਜਿੱਥੇ ਜਿੱਥੇ ਸਾਡੀ ਸਿੱਖ ਪੋਪੂਲੇਸ਼ਨ ਬੈਲਟ ਹੈਗੀ ਹੈ, ਅਸੀਂ ਉਹਨਾਂ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦਈਏ ਤਾਂ ਕਿ ਉਹ ਇੱਕ ਅੱਛੇ ਸਿਟੀਜ਼ਨ ਬਣ ਸਕਣ। ਸੋ ਦੂਸਰਾ ਇੱਕ ਮੈਂ ਵੀ ਜੀ ਆਪਦੇ ਚੈਨਲ ਦੇ ਰਾਹੀਂ ਇੱਕ ਚੀਜ਼ ਜੋ ਕਿ ਮੈਂ ਯੂਨੀਵਰਸਿਟੀ ਨਾਲ ਹੁਣ ਲਾਸਟ ਸਾਲ ਤੋਂ ਕੰਮ ਕਰ ਰਿਹਾ। ਹੁਣ ਅਸੀਂ ਯੂਨੀਵਰਸਿਟੀ ਦੇ ਅੰਦਰ ਕੀ ਹੁੰਦਾ ਹੈ ਕਿ ਅੱਜ ਬੱਚਾ ਪੜ੍ਹ ਲਿਖ ਕੇ ਵੀ ਕਈ ਵਾਰ ਨਸ਼ੇ ਲੈਂਦਾ ਹੈ। ਉਹ ਅਸੀਂ ਕਿਉਂਕਿ ਦੇਖਦੇ ਹਾਂ ਕਿ ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ ਹੈ, ਜਾਂ ਮੀਡੀਆ ਕਈ ਵਾਰ ਪੰਜਾਬ ਨੂੰ ਇਸ ਤਰੀਕੇ ਦਾ ਦਿਖਾ ਦਿੰਦਾ ਹੈ ਕਿ ਮੈਸੇਜ ਗਲਤ ਚਲੇ ਜਾਂਦਾ ਕਿ ਕੋਈ ਪੰਜਾਬ ਵਿੱਚ ਕੋਈ ਕੰਪਨੀਆਂ ਇਨਵੈਸਟ ਨਹੀਂ ਕਰਨਾ ਚਾਹੁੰਦੀਆਂ। ਸੋ ਹੁਣ ਜਿਹੜਾ ਅਸੀਂ ਟਾਰਗੇਟ ਕਰ ਰਹੇ ਹਾਂ ਕਿ ਅਸੀਂ ਇੰਡਸਟਰੀ ਨਾਲ ਕੋਲੈਬੋਰੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਥੇ ਜਿੱਥੇ ਸਾਡੇ ਸਿੱਖ ਭਰਾ ਭਾਵੇਂ US UK ਕੈਨੇਡਾ ਜਿੱਥੇ ਵੀ ਬੈਠੇ ਨੇ, ਉਹ ਵੀ ਸਾਨੂੰ ਸੰਪਰਕ ਕਰਨ, ਸਾਨੂੰ ਕੰਟੈਕਟ ਕਰਨ। ਜੇ ਉਹਨਾਂ ਦੀ ਕਿਸੇ ਕੰਪਨੀ ਵਿੱਚ ਕੋਈ ਜੌਬ ਅਪਰਚੁਨਿਟੀ ਹੈ ਤੇ ਸਾਡੀ ਯੂਨੀਵਰਸਿਟੀ ਤੋਂ ਬੱਚੇ ਲੈ ਸਕਦੇ ਨੇ, ਉਹਨਾਂ ਨੂੰ ਇੰਟਰਨਸ਼ਿਪ ਦੇ ਸਕਦੇ ਨੇ, ਪਲੇਸਮੈਂਟ ਦੇ ਸਕਦੇ ਨੇ, ਤਾਂ ਕਿ ਬੱਚੇ ਨੂੰ ਇੱਕ ਕਲਚਰ ਇੰਡਸਟਰੀ ਦਾ ਵੀ ਸਮਝ ਆ ਜਾਏ, ਉਹਨੂੰ ਜੌਬ ਮਿਲ ਗਈ। ਇੱਕ ਬੱਚੇ ਨੂੰ ਪੜ੍ਹਾਈ ਤੋਂ ਬਾਅਦ ਜੇ ਜੌਬ ਮਿਲ ਜਾਏ, ਉਹਦੀ ਰੋਟੀ ਚੱਲ ਜਾਏ, ਫਿਰ ਮੈਨੂੰ ਲੱਗਦਾ ਨਹੀਂ ਉਹਦੇ ਘੱਟ ਹੀ ਚਾਂਸਿਸ ਹੁੰਦੇ ਨੇ ਕਿ ਉਹ ਬੱਚਾ ਗਲਤ ਪਾਸੇ ਜਾਏ। ਸੋ ਇਹ ਹੁਣ ਸਾਰਾ ਉਪਰਾਲਾ ਅਸੀਂ ਕਰਨਾ ਹੈ। ਸੰਗਤ ਜਿੱਥੇ ਦਸਵੰਧ ਦਾ ਸਪੋਰਟ ਵੀ ਕਰਦੀ ਹੈ, ਨਾਲ ਨਾਲ ਇਹੋ ਜਿਹਾ ਵੀ ਸਪੋਰਟ ਕੀਤਾ ਜਾਏ ਕਿ ਅਸੀਂ ਇਨ ਬੱਚਿਆਂ ਨੂੰ ਅਸੀਂ ਜੌਬ, ਇੰਟਰਨਸ਼ਿਪ, ਪਲੇਸਮੈਂਟ ਦੇ ਕੇ ਆਪਣੀ ਇੰਡਸਟਰੀ ਵਿੱਚ ਉਹਨਾਂ ਨੂੰ ਸੈੱਟ ਕੀਤਾ ਜਾਏ, ਤਾਂ ਕਿ ਇੱਕ ਅੱਛੇ ਕਾਰਪੋਰੇਟ ਕਲਚਰ ਵਿੱਚ ਨਾਲ ਜੁੜ ਸਕਣ, ਇੰਡਸਟਰੀ 'ਚੋਂ ਪੈਸਾ ਵੀ ਲੈ ਸਕਣ ਤੇ ਉਹ ਗਰੋ ਵੀ ਹੋ ਸਕਣ। ਇੱਕ ਹੋਰ ਸਵਾਲ ਹੈ ਜੀ, ਮੈਂ ਤੁਹਾਡੇ ਤੋਂ ਪਰਸਨਲੀ ਪੁੱਛ ਰਿਹਾ ਹੈਗਾ। ਐਜੂਕੇਸ਼ਨ ਦੇ ਸਿਰ ਤੇ ਕ੍ਰਿਸਚੈਨਿਟੀ ਦੀ ਗੱਲ ਕਰੀਏ ਤਾਂ ਆਪਦੇ ਧਰਮ ਦਾ ਪ੍ਰਚਾਰ ਕਰ ਰਹੇ ਨੇ, ਠੀਕ ਹੈ ਜੀ। ਕੀ ਅਸੀਂ ਸਿੱਖਿਆ ਦੇ ਸਿਰ ਤੇ ਆਪਦੇ ਧਰਮ ਨੂੰ ਬਚਾ ਨਹੀਂ ਸਕਦੇ? ਬਿਲਕੁਲ ਬਚਾ ਸਕਦੇ ਹਾਂ ਵੀ ਜੀ। ਮੈਂ ਹੁਣ ਤੁਹਾਨੂੰ ਇੱਕ ਅਸਲ ਦੀ ਗੱਲ ਦੱਸਦਾ। ਇੰਡੀਆ ਟੂਡੇ ਦੀ ਮੈਗਜ਼ੀਨ ਹੈਗੀ ਹੈ ਜੀ, ਨਵੰਬਰ 2022, ਉਹਦੇ ਫਰੰਟ ਪੇਜ 'ਤੇ ਇੱਕ ਆਰਟੀਕਲ ਆਇਆ ਪਾਸਟਰਸ ਆਫ ਪੰਜਾਬ। ਉਹਦੇ ਅੰਦਰ ਉਹ ਇੰਡੀਆ ਟੂਡੇ ਲਿਖ ਰਿਹਾ ਹੈ, ਇਹ ਰਿਪੋਰਟ ਸਾਡੀ ਨਹੀਂ ਹੈ, ਇੰਡੀਆ ਟੂਡੇ ਦੀ ਰਿਪੋਰਟ ਹੈ। ਉਹ ਕਹਿੰਦਾ ਹੈ ਕਿ ਤਰਨ ਤਾਰਨ ਤੋਂ ਲੈ ਕੇ ਗੁਰਦਾਸਪੁਰ ਦੀ ਬੈਲਟ ਤੱਕ 25,000 ਬੰਦੇ ਸਿੱਖ ਤੇ ਹਿੰਦੂ ਕ੍ਰਿਸਚਨ ਵਿੱਚ ਕਨਵਰਟ ਹੋ ਚੁੱਕੇ ਨੇ ਜੀ। ਤੇ ਪਹਿਲਾਂ ਤੇ ਜਿਵੇਂ ਕਨਵਰਟ ਹੁੰਦੇ ਸੀ ਤੇ ਉਹ ਕਹਿੰਦੇ ਸੀ ਤੁਹਾਨੂੰ ਆਪਣਾ ਸਰੂਪ ਬਦਲਣਾ ਪੈਣਾ। ਹੁਣ ਉਹ ਕਹਿੰਦੇ ਭਾਵੇਂ ਤੁਸੀਂ ਦਸਤਾਰ ਬੰਨ੍ਹਣੀ ਹੈ, ਪੱਗ ਬੰਨ੍ਹਣੀ ਹੈ, ਤੁਸੀਂ ਇਸੇ ਸਰੂਪ 'ਚ ਰਹੋ, ਪਰ ਤੁਸੀਂ ਕ੍ਰਿਸਚੈਨਿਟੀ ਦਾ ਪ੍ਰਚਾਰ ਕਰੋ। ਸੇ ਉਹ ਉਹਨਾਂ ਕੋਲ, ਕਿਉਂਕਿ ਕ੍ਰਿਸਚਨਸ ਕੋਲ ਕਾਫੀ ਫੰਡ ਆ ਰਿਹਾ ਜੀ, ਉਹ ਕਨਵਰਜਨ ਦੇ ਵੀ ਬਿਲੀਵ ਕਰਦੇ ਨੇ, ਕਿਉਂਕਿ ਬਟ ਸਾਡੇ ਗੁਰੂ ਨੇ ਤੇ ਚੂਜ਼ ਕੀਤਾ। ਉਹਨਾਂ ਨੇ ਸਿਰ ਮੰਗਿਆ ਸੀ ਕਿ ਕੋਈ ਸਿਰ ਦੇਗਾ ਵਿਸਾਖੀ ਤੇ ਉਹਨਾਂ ਨੇ ਕਿਹਾ ਜਿਹੜਾ ਦੇਗਾ ਪਹਿਲਾ ਮਰਨ ਕਬੂਲ, ਜੀਵਨ ਕੀ ਛੜੇ ਆਸ, ਹੈ ਨਾ। ਮਹਾਰਾਜ ਨੇ ਕਿਹਾ ਜੋ ਜਿਹਨੂੰ ਪਸੰਦ ਆ ਉਹ ਸਿੱਖੀ ਅਪਣਾਏ। ਤੇ ਸਾਡਾ ਕਦੀ ਸਿਧਾਂਤ ਰਿਹਾ ਹੀ ਨਹੀਂ ਕਿ ਅਸੀਂ ਕਨਵਰਜਨ ਕਰਨੀ ਹੈ। ਸੋ ਉਹ ਕੀ ਕਰ ਰਹੇ ਨੇ ਕਿ ਬੇਸਿਕਲੀ ਉਹ ਇਹੀ ਚੀਜ਼ਾਂ ਨੂੰ ਦੇ ਰਹੇ ਨੇ ਕਿ ਬੇਸਿਕ ਨੈਸੈਸਿਟੀ, ਇੱਕ ਨੂੰ ਰੋਟੀ ਦੇ ਦਿਓ, ਕੱਪੜਾ ਦੇ ਦਿਓ, ਮਕਾਨ ਦੇ ਦਿਓ, ਐਜੂਕੇਸ਼ਨ ਫ੍ਰੀ ਕਰ ਦਿਓ, ਕ੍ਰਿਸਚਨ ਆਪਣਾ ਵੀ ਬਣ ਜਾਏਗਾ ਜੀ। ਸੋ ਇਹ ਹੁਣ ਸਾਨੂੰ ਅਸਲ ਵਿੱਚ ਜਾਗਣ ਦੀ ਲੋੜ ਹੈ, ਨਹੀਂ ਤੇ ਜਿਹੜੀ ਆਉਣ ਵਾਲੀ ਪਨੀਰੀ ਹੈ ਉਹ ਕੱਲ੍ਹ ਨੂੰ ਹੋ ਸਕਦਾ ਸਾਨੂੰ ਇਹ ਪੁੱਛੇ ਸਵਾਲ ਕਿ ਜਿਸ ਵੇਲੇ ਸਭ ਕੁਝ ਹੋ ਰਿਹਾ ਸੀ ਤੁਸੀਂ ਕੀ ਸੁੱਤੇ ਹੋਏ ਸੀ। ਅੱਜ ਸਾਨੂੰ ਜਾਗਣ ਦੀ ਲੋੜ ਹੈ ਕਿ ਇਹ ਨਹੀਂ ਕਹਿ ਰਹੇ ਕਿ ਕੋਈ ਧਰਮ ਮਾੜਾ ਹੈ, ਉਹ ਆਪਣਾ ਧਰਮ ਕਰ ਰਿਹਾ, ਅਸੀਂ ਆਪਣਾ ਧਰਮ ਪ੍ਰਚਾਰ ਕਰ ਰਹੇ ਹਾਂ। ਬਟ ਜਿੱਥੇ ਸਾਨੂੰ ਲੱਗ ਰਿਹਾ ਹੈ ਕਿ ਸਾਡੀ ਆਪਣੀ ਹੋਂਦ ਦੀ ਲੜਾਈ ਹੈ ਜਿਹੜੀ, ਅਸੀਂ ਉਹ ਲੜਾਈ ਤੇ ਖੁਦ ਹੀ ਲੜਨੀ ਪੈਣੀ ਹੈ। ਸਾਨੂੰ ਆਪਣੇ ਘਰ ਨੂੰ ਪੱਕਾ ਕਰਨਾ ਪੈਣਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਹਮਣੇ ਫਲਾਣੇ ਵਾਲੇ ਨੇ ਸਾਡੇ ਨਾਲ ਗਲਤ ਕੀਤਾ। ਸਾਨੂੰ ਇਹ ਕਿ ਆਪਣੇ ਘਰ ਨੂੰ ਕਿਵੇਂ ਮਜ਼ਬੂਤ ਕਰੀਏ, ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਈਏ, ਆਪਣੇ ਬੱਚਿਆਂ ਨੂੰ ਕਿਵੇਂ ਅੱਗੇ ਲੈ ਕੇ ਜਾਈਏ ਤਾਂ ਕਿ ਉਹ ਦੂਸਰੇ ਵੱਲ ਜਾਣ ਨਾ। ਸੋ ਉਹ ਬਿਲਕੁਲ ਤੁਹਾਡਾ ਸਹੀ ਗੱਲ ਹੈਗੀ ਹੈ ਕਿ ਐਜੂਕੇਸ਼ਨ, ਉਹ ਵੀ ਵੈਲਿਊ ਬੇਸਡ ਐਜੂਕੇਸ਼ਨ ਦੀ ਅੱਜ ਲੋੜ ਹੈ, ਜੇ ਅਸਲ ਤਰੀਕੇ ਵਿੱਚ ਅਸੀਂ ਆਪਣੇ ਕਮਿਊਨਿਟੀ ਦੀ, ਆਪਣੇ ਪੰਥ ਦੀ ਜੇ ਸੇਵਾ ਕਰਨੀ ਹੈ। ਸੋ ਅੱਜ ਐਜੂਕੇਸ਼ਨ ਦੀ ਲੰਗਰ ਦੀ ਲੋੜ ਹੈ। ਜ਼ੀਰੋ ਇਲਿਟਰੇਸੀ ਵਿਦ ਐਜੂਕੇਸ਼ਨ ਲੰਗਰ, ਇਹ ਮੋਟੋ ਅਸੀਂ ਲੈ ਕੇ ਚੱਲੀਏ ਕਿ ਅਸੀਂ ਇੱਕ ਵੀ ਇਲਿਟਰੇਟ ਨਹੀਂ ਰਹਿਣ ਦੇਣਾ, ਐਜੂਕੇਸ਼ਨ ਦਾ ਲੰਗਰ ਚਾਹੇ ਕੋਈ ਵੀ ਗਰੀਬ ਬੱਚਾ ਕਿਸੇ ਤਰੀਕੇ ਦਾ ਵੀ, ਕੋਈ ਜਦੋਂ ਇੱਕ ਵਾਰੀ ਅੰਦਰ ਆ ਜੇ ਬਸ ਉਹ ਇੱਥੋਂ ਜਾਏ ਤੇ ਉਹਦੇ ਹੱਥ ਵਿੱਚ ਉਹ ਸਕਿੱਲ ਸੈੱਟ ਹੋਏ ਕਿ ਉਹਨੂੰ ਮੰਗਣਾ ਨਾ ਪਏ, ਉਹ ਬਲਕਿ ਦੇਣ ਵਾਲਾ ਬਣੇ, ਮੰਗਣ ਵਾਲਾ ਨਾ ਬਣੇ।
ਸੋ ਇਹ ਕਰਨਾ, ਅਸੀਂ ਉਹਨਾਂ ਨੂੰ ਮੰਗਤਾ ਨਹੀਂ ਬਣਾਉਣਾ ਕਿ ਲੰਗਰ ਲਗਾ ਕੇ ਅਸੀਂ ਮੰਗਤਾ ਬਣਾਈਏ, ਅਸੀਂ ਉਹਨਾਂ ਨੂੰ ਉਹ ਐਜੂਕੇਸ਼ਨ ਦੇ ਦਈਏ ਕਿ ਉਹ ਆਪ ਦੇਣ ਜੋਗਾ ਹੋ ਜਾਏ। ਸੋ ਉਹ ਬਣਾਉਣ ਦੀ ਲੋੜ ਹੈ ਸਾਨੂੰ। ਬਿਲਕੁਲ ਬਿਲਕੁਲ ਬਿਲਕੁਲ। ਪੰਜਾਬ ਦਾ ਭਵਿੱਖ ਸੱਚਮੁੱਚ ਹੀ ਸੁਨਹਿਰਾ ਬਣੂਗਾ ਤੁਹਾਡੇ ਸਹਿਯੋਗ ਦੇ ਨਾਲ ਤੇ ਸੰਤਾਂ ਮਹਾਂਪੁਰਖਾਂ ਦੇ ਵਿਜ਼ਨ ਦੇ ਨਾਲ। ਜਾਂਦੇ ਜਾਂਦੇ ਜਿਹੜੀ ਬਾਹਰ ਸੰਗਤ ਆਪਾਂ ਨੂੰ ਵੇਖ ਰਹੀ ਹੈ, ਉਹਨਾਂ ਨੂੰ ਥੋੜ੍ਹਾ ਬਹੁਤਾ ਕੋਈ ਕੀ ਕਹਿਣਾ ਚਾਹੋਗੇ ਦਿਲੋਂ, ਜਿਹੜੇ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਵੀ ਨੇ? ਜੀ ਸਾਡੀ ਜਸ ਪੰਜਾਬੀ UK ਸੰਗਤ ਬਹੁਤ ਸਹਿਯੋਗ ਕਰਦੀ ਆਈ ਹੈ। US ਸੰਗਤ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਹੈ। ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਪ੍ਰੇਮ ਆਪ ਜੀ ਨੇ ਬਾਬਾ ਇਕਬਾਲ ਸਿੰਘ ਜੀ ਦੇ ਚਰਨਾਂ ਵਿੱਚ ਬਖਸ਼ਿਆ, ਉਸ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਪੰਜਾਬ ਵਿੱਚ ਇਹਨਾਂ ਅਕੈਡਮੀਆਂ ਵਿੱਚ ਜਾਂ ਹੋਰ ਜੋ ਸਾਡਾ ਬਾਬਾ ਜੀ ਦਾ ਹਲੇ ਹਿਡਨ ਜੋ ਮਿਸ਼ਨ ਹੈਗਾ ਕਿ ਅਸੀਂ ਹੋਰ ਅਕੈਡਮੀਆਂ ਖੋਲੀਏ, ਉਹਦੇ ਅੰਦਰ ਸਹਿਯੋਗ ਦਿਓ। ਇੱਕ ਅਕੈਡਮੀ ਦੀ ਜ਼ਿੰਮੇਵਾਰੀ ਆਪ ਲੈ ਲਓ। ਇੱਕ 2 4 ਬੱਚੇ ਜਿੰਨੀ ਜੋ ਸਮਰੱਥਾ ਹੈਗੀ ਉਹ ਸਪਾਂਸਰ ਕਰਕੇ ਅੱਗੇ ਆ ਕੇ ਇੱਕ ਇਹੋ ਜਿਹੀ ਮੁਹਿੰਮ ਚਲਾਈਏ ਕਿ ਸਾਡਾ ਇੱਥੇ ਕੋਈ ਅਨਪੜ੍ਹ ਨਾ ਰਹੇ। ਸੋ ਇਹ ਮੁਹਿੰਮ ਤਾਂ ਹੀ ਪੂਰੀ ਹੋ ਸਕਦੀ ਹੈ ਜੇ ਆਪ ਜੀ ਨੂੰ ਲੱਗਦਾ ਹੈ ਕਿ ਬੜੂ ਸਾਹਿਬ ਵਰਗੀ ਕੋਈ ਹੋਰ ਵੀ ਸੰਸਥਾ ਹੈ, ਉਸ ਨੂੰ ਵੀ ਸਪੋਰਟ ਕਰੋ, ਪਰ ਸਿਰਫ ਐਜੂਕੇਸ਼ਨ 'ਤੇ ਕਰੋ। ਸੋ ਮੇਰਾ ਇਹੀ ਸੁਨੇਹਾ ਹੋਏਗਾ ਕਿ ਅਸੀਂ ਐਜੂਕੇਸ਼ਨ ਦੀ ਲਹਿਰ ਚਲਾਈਏ ਪੰਜਾਬ ਦੇ ਅੰਦਰ, ਤਾਂ ਕਿ ਘਰ ਉਹ ਸਿੱਖੀ ਦਾ ਵੀ ਪ੍ਰਚਾਰ ਹੋਏ ਤੇ ਐਜੂਕੇਸ਼ਨ ਵੀ ਹੋਵੇ। ਬਸ ਰੋਸ਼ਨ ਦਿਮਾਗਾਂ ਦੀ ਲੋੜ ਆ, ਰੋਸ਼ਨ ਚਿੱਤਾਂ ਦੀ ਲੋੜ ਆ। ਅੱਜ ਲੜਾਈ ਹਥਿਆਰਾਂ ਤੇ ਜਿਹੜੀ ਮਹਾਰਾਜ ਨੇ ਦਮਦਮਾ ਸਾਹਿਬ ਤੁਸੀਂ ਖੜੇ ਹੋ ਜੀ, ਦਮਦਮਾ ਸਾਹਿਬ ਜਿਹੜਾ ਸਰੋਵਰ ਹੈਗਾ, ਮਹਾਰਾਜ ਨੇ ਉੱਥੇ ਜਿਹੜੀ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਖਾਇਆ, ਉਸ ਤੋਂ ਬਾਅਦ ਉਹ ਕਲਮਾ ਸੁੱਟੀਆਂ ਤੇ ਜਿਹੜੇ ਸਿੰਘ ਉਸ ਵੇਲੇ ਹੁੰਦੇ ਸੀ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕਲਮਾ ਕਿਉਂ ਸਰੋਵਰ ਵਿੱਚ ਸੁੱਟੀਆਂ? ਉਹ ਕਹਿੰਦੇ ਕਿ ਇਹ ਇੱਥੋਂ ਸਕਾਲਰਸ ਨੇ ਪੈਦਾ ਹੋਣਾ ਇਸ ਧਰਤੀ ਤੋਂ ਜੀ। ਸੋ ਜੇ ਥੋੜ੍ਹਾ ਜਿਹਾ ਗਿਆਨ ਨਾਲ ਅਸੀਂ ਦੇਖੀਏ ਤੇ ਮਹਾਰਾਜ ਨੇ ਕਲਮ ਨੂੰ ਵੀ ਇੱਕ ਹਥਿਆਰ ਬਣਾਇਆ, ਔਰ ਅੱਜ ਜਿਹੜੀ ਲੜਾਈ ਹੈ ਉਹ ਕਲਮ ਦੀ ਹੈ। ਹਥਿਆਰ ਸਾਨੂੰ ਇਹ ਤੇ ਸਾਡੇ ਸ਼ਸਤਰ ਜਿਹੜੇ ਅਸੀਂ ਰੱਖਦੇ ਹਾਂ, ਇਹ ਤੇ ਮਹਾਰਾਜ ਨੇ ਸਾਨੂੰ ਇਹ ਕਹਿ ਹੀ ਦਿੱਤਾ ਕਿ ਇਹ ਹਮਾਰੇ ਪੀਰ, ਤੇ ਨਾਲ ਜਿਹੜਾ ਹਥਿਆਰ ਦਿੱਤਾ ਅੱਜ ਦੀ ਲੜਾਈ ਕਰਨ ਦਾ, ਉਹ ਹੈ ਪੈਨ, ਵਿਚਾਰ ਦੀ ਲੜਾਈ ਹੈ। ਤੇ ਉਹ ਤਾਂ ਹੀ ਲੜੀ ਜਾ ਸਕਦੀ ਜੇ ਸਾਡੀ ਕੌਮ ਪੜ੍ਹੀ ਲਿਖੀ ਹੋਏਗੀ ਤੇ ਇੱਕੋ ਚੀਜ਼ ਹੋਏਗੀ ਕਿ ਅਸੀਂ ਕਿਸੇ ਵੀ ਟੌਪ ਪੋਜੀਸ਼ਨ 'ਤੇ ਪਹੁੰਚ ਜਾਈਏ, ਅਸੀਂ ਆਪਣੇ ਪੰਜਾਬ ਦੀ ਧਰਤੀ ਦਾ ਦਰਦ ਰੱਖ ਕੇ ਪੰਜਾਬ ਦੇ ਰੁਲਦੇ ਬੱਚਿਆਂ ਨੂੰ ਬਚਾਉਣਾ ਹੈ। ਬਸ ਇਹ ਦਰਦ ਜੇ ਪੈਦਾ ਹੋ ਗਿਆ, ਉਹ ਕਨੈਕਸ਼ਨ ਬਣ ਗਿਆ, ਫਿਰ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਤਰੱਕੀ ਕਰਨ ਤੋਂ ਕੋਈ ਰੋਕ ਸਕਦਾ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਸ਼ੁਕਰੀਆ ਜੀ। ਤੁਸੀਂ ਇੰਨਾ ਮਾਣ ਬਖਸ਼ਦੇ ਹੋ ਕਿ ਸਾਰੀ ਸੰਗਤ ਨੂੰ ਜਾਣੂ ਕਰਾਉਂਦੇ ਹੋ ਇਸ ਮਿਸ਼ਨ ਨਾਲ, ਤੇ ਤੁਹਾਡੀ ਸਾਰੀ ਟੀਮ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਵੀ ਹੋਈ ਹੈ। ਸੇਵਾ ਤੁਸੀਂ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਜਿਵੇਂ ਸਾਰੀ ਸੰਗਤ ਖੜੀ ਹੋਈ ਹੈ ਜੀ। ਸੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਇੱਥੇ ਆ ਕੇ। ਤੁਹਾਨੂੰ ਪਰਸਨਲੀ ਮੈਂ ਕਹੂੰਗਾ, ਮੈਂ ਖੁਦ ਅਲੱਗ-ਅਲੱਗ ਕਾਲ ਅਕੈਡਮੀਆਂ ਵਿੱਚ ਜਾ ਕੇ ਦੇਖ ਰਿਹਾ। ਮੈਂ ਸੁਬਾਹ ਜਦੋਂ ਜਾਂਦਾ, ਕੇਸਕੀਆਂ ਦੁਮਾਲੇ ਬੰਨੀ ਨਿੱਕੇ ਨਿੱਕੇ ਨਿਆਣੇ 3 4 ਸਾਲਾਂ ਦੇ ਜਦੋਂ ਗੁਟਕੇ ਹੱਥਾਂ 'ਚ ਫੜੀ ਪਾਠ ਕਰ ਰਹੇ ਹੁੰਦੇ ਆ, ਤੇ ਉਸ ਤੋਂ ਬਾਅਦ ਕਲਾਸਾਂ 'ਚ ਬੈਠ ਕੇ ਗਿਆਨ ਲੈ ਰਹੇ ਹੁੰਦੇ ਆ, ਇੰਗਲਿਸ਼ ਵੀ ਬੋਲਦੇ ਆ, ਪੰਜਾਬੀ ਦੇ ਵਿੱਚ ਪਾਠ ਕਰਦੇ ਆ। ਮੈਂ ਕਹਿਣਾ ਸੱਚਮੁੱਚ ਉਦੋਂ ਦਿਲ ਖੁਸ਼ ਹੋ ਜਾਂਦਾ, ਅੱਖਾਂ 'ਚ ਇੱਕ ਅਲੱਗ ਹੀ ਚਮਕ ਆ ਜਾਂਦੀ ਹੈ ਕਿ ਪੰਜਾਬ ਦਾ ਭਵਿੱਖ ਬਹੁਤ ਸੁਨਹਿਰੀ ਆ, ਕਿਉਂਕਿ ਸਿੱਖਿਆ ਕਾਲ ਅਕੈਡਮੀਆਂ ਦੇ ਵਿੱਚੋਂ ਮਿਲ ਰਹੀ ਆ। ਸਿਰਫ ਸਿੱਖਿਆ ਨਹੀਂ ਮਿਲ ਰਹੀ, ਸਿੱਖੀ ਵੀ ਮਿਲ ਰਹੀ ਹੈ। ਸਿੱਖੀ ਦੇ ਨਾਲ ਜੁੜ ਰਹੇ ਨੇ ਪਹਿਲੀ ਕਲਾਸ ਦਾ, ਦੂਜੀ ਕਲਾਸ ਦਾ ਬੱਚਾ ਜਪਜੀ ਸਾਹਿਬ ਦੇ ਪਾਠ ਕੰਠ ਹੋਏ ਨੇ ਬੱਚਿਆਂ ਨੂੰ। ਤੋਂ ਬਹੁਤ ਰੂਹ ਖੁਸ਼ ਹੁੰਦੀ ਹੈ। ਕਦੇ ਪੰਜਾਬ ਫੇਰੀ ਪਾਓ, ਗੇੜਾ ਮਾਰੋ ਇੱਥੇ, ਤਾਂ ਕੱਲੀ ਕਾਲ ਅਕੈਡਮੀ ਦੇ ਵਿੱਚ ਜਾ ਕੇ ਜ਼ਰੂਰ ਵੇਖਿਓ। ਤੜਕੇ 7:30 ਵਜੇ ਪਹੁੰਚ ਜਿਓ ਤੇ ਤੁਸੀਂ ਉਹ ਮਾਹੌਲ ਵੇਖਿਓ, ਆਭਾ ਮੰਡਲ ਵੇਖਿਓ ਉਸ ਕਿਸੇ ਵੀ ਕਾਲ ਅਕੈਡਮੀ ਦਾ, ਤਾਂ ਤੁਸੀਂ ਜਾਣ ਜਾਓਗੇ ਕਿ ਸੱਚਮੁੱਚ ਤੁਹਾਡਾ ਦਿੱਤਾ ਹੋਇਆ ਦਾਨ, ਤੁਹਾਡੀ ਸੇਵਾ ਦਾ ਇੱਕ ਪੈਸਾ ਸਹੀ ਜਗ੍ਹਾ 'ਤੇ ਇਨਵੈਸਟ ਹੋ ਰਿਹਾ। ਸੋ ਇੰਨਾ ਹੀ ਕਹੂੰਗਾ। ਸੋ ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਸਤਿ ਸ਼੍ਰੀ ਅਕਾਲ।